वाहिगुरू जी का खालसा वाहिगुरू जी की फतेह। सिख चैनल के प्यारे दर्शकों, सिख चैनल वालों आप जी का बहुत बहुत स्वागत है। सरदूल सिंह मालवा वालों आप जी नूं जी आया। प्रोग्राम शब्द मणी दे विच तुहाडा बहुत बहुत प्यार दे नाल स्वागत है। ये प्रोग्राम असी तुहाडे सामने लैके आ रहे हैं कि जो शब्दां दी बनतर है, शब्दां दी तरतीब है, ये मात्रां किहड़ियां लगदियां ते उन्हां शब्दां दा उच्चारण किदां होना चाहिए, उन्हां शब्दां दा मतलब की है। तो बहुत सारे सरल शब्द, बहुत सारे औखे शब्द, बहुत सारे शब्द जिहड़े साडे कोलों विसर गए ने, उन्हां दे बारे असीं ये प्रोग्राम तुहाडे लई लैके हाज़र होए हां। इस प्रोग्राम दी रिसर्च, इस प्रोग्राम दी सारी तरतीब बनाउण दे लई डॉक्टर बलदेव सिंह जी कंदोला ते शिंदरपाल सिंह जी माहल दोनों ही इस फील्ड दे विच माहर ये मेरे नाल इस प्रोग्राम की सारी गलबात करनगे। मैं तो सिर्फ इन्हां दे नाल तुर के ही गल करांगा। आओ इन्हां दा स्वागत करिए। वाहिगुरू जी का खालसा वाहिगुरू जी की फतेह। शिंदरपाल जी थातों जे मैं गल शुरू करा जी, जो ये शब्द मणी प्रोग्राम आपां अपने प्यारे प्यारे दर्शकों के सामने लैके आ रहे हैं, ये एक पंजाबी भाषा जिहड़ी है जिहदे ते आपां बहुत जोर दिंदे आ, बहुत प्रोग्राम करते हैं। तो ये जिहड़ी एक मंग भी सी ते एक ये गल भी सी भी जिहड़े बहुत सारे शब्द हैगे आ जिन्हां दा सानूं बहुता पता नहीं। तो असीं पिछला जिहड़ा प्रोग्राम सीगा जिहदी आपां इंट्रोडक्शन या पहचान करवाई है, वो तो आपां हुण अगे तुरीए। जदों ये शब्द की असीं गल करदे, शब्द की बनतर ते शब्द की तरतीब जी, ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਸਾਨੂੰ ਦੱਸੋ। ਸਭ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਵੀ ਸ਼ਬਦ ਬਾਰੇ ਸੋਚਦੇ ਹਾਂ, ਅਸੀਂ ਹਮੇਸ਼ਾ ਸੋਚਦੇ ਹਾਂ ਕਿ ਉਸ ਸ਼ਬਦ ਨੂੰ ਲਗਾ ਮਾਤਰਾ ਕਿਹੜੀਆਂ ਲੱਗਦੀਆਂ, ਕਿਉਂਕਿ ਲਗਾ ਮਾਤਰਾ ਤੋਂ ਬਿਨਾਂ ਬਹੁਤ ਸਾਰੇ ਸ਼ਬਦ ਨਹੀਂ ਬਣਾ ਜਾ ਸਕਦੇ। ਜਿਵੇਂ ਅਸੀਂ ਅੰਗਰੇਜ਼ੀ ਦੀ ਗੱਲ ਕਰਦੇ ਹਾਂ ਤਾਂ ਅੰਗਰੇਜ਼ੀ ਦੇ ਵਿੱਚ ਬਹੁਤ 94 ਸ਼ਬਦ ਹੋਣਗੇ ਜਿਨ੍ਹਾਂ ਨੂੰ ਵਾਵਲਸ ਨਹੀਂ ਲੱਗਦੇ ਹੈਗੇ, ਮਗਰ ਲਗਾ ਮਾਤਰਾ ਨਹੀਂ ਲੱਗਦੀ ਹੈਗੀ। ਸੋ ਸਾਨੂੰ ਅਸੀਂ ਦੇਖਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿ ਕਿਸ ਅੱਖਰ ਦੇ ਨਾਲ ਕਿਹੜੀ ਲਗਾ ਮਾਤਰਾ ਲੱਗਦੀ ਹੈਗੀ ਆ ਤੇ ਉਸ ਦੀ ਇਹ ਬਣਤਰ ਹੋ ਗਈ। ਦੂਜੀ ਦੇਖਾਂਗੇ ਤਰਤੀਬ ਦੀ ਜਿਹੜੀ ਗੱਲ ਕੀਤੀ ਆ, ਅਸੀਂ ਤਰਤੀਬ ਨੂੰ ਕਹਾਂਗੇ ਜੇ ਅੰਗਰੇਜ਼ੀ ਦੀ ਗੱਲ ਕਰਦੇ ਹਾਂ ਸਾਨੂੰ ਸਹਾਰਾ ਕਿਤੇ ਲੈਣਾ ਪਿਆ ਲੈ ਵੀ ਸਕਦੇ ਹਾਂ ਤਾਂ ਕਿ ਸਾਡੇ ਦਰਸ਼ਕਾਂ ਦੇ ਇਹ ਛੇਤੀ ਸਮਝ ਵਿੱਚ ਗੱਲ ਪੈ ਜਾਵੇ। ਅਲਫਾਬੈਟੀਕਲ ਆਰਡਰ ਕਿ ਇੱਕ ਸ਼ਬਦ, ਕਿਉਂਕਿ ਜਿਹੜੇ ਊੜੇ ਨਾਲ ਫਰਜ਼ ਕੀਤਾ ਸ਼ਬਦ ਸ਼ੁਰੂ ਹੋਣ ਵਾਲੇ ਆ, ਸਾਨੂੰ ਇਹ ਦੇਖਣਾ ਪਵੇਗਾ ਉਸ, ਊਠ ਜਾਂ ਓਂਕਾਰ, ਇਹਨਾਂ ਵਿੱਚੋਂ ਪਹਿਲਾ ਸ਼ਬਦ ਕਿਹੜਾ ਆਵੇਗਾ। ਅੱਛਾ, ਇਹ ਹੋ ਗਈ ਤਰਤੀਬ। ਸਾਨੂੰ ਅਸੀਂ ਬਹੁਤ, ਮੇਰੇ ਖਿਆਲ ਜਿਹੜੇ ਸਾਡੇ ਪੰਜਾਬੀ ਆ ਉਹ ਇਸ ਗੱਲੋਂ ਅਵੇਸਲੇ ਆ। ਬਲਦੇਵ ਜੀ ਨੂੰ ਪਤਾ ਕਿ ਅਸੀਂ ਤਕਰੀਬਨ 3-4 ਸਾਲ ਤੋਂ ਆਪਣੇ ਵਿਦਵਾਨਾਂ ਦੇ ਨਾਲ ਸਲਾਹ ਮਸ਼ਵਰੇ ਕਰਦੇ ਰਹੇ ਹਾਂ। ਅਸੀਂ ਇੱਥੋਂ ਤੱਕ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਕੋਸ਼ਕਾਰੀ ਵਿਭਾਗ ਆ ਉਹਨਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਸਾਰੇ ਸ਼ਬਦਕੋਸ਼ ਦੇਖੇ ਆ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਤਰਤੀਬ ਆ ਉਹ ਚੰਗੀ ਤਰ੍ਹਾਂ ਉਹਨੂੰ ਨਹੀਂ ਵਰਤਿਆ ਗਿਆ। ਸੋ ਇਹ ਹੋ ਗਈ ਤਰਤੀਬ। ਸਾਨੂੰ ਇਹ ਲੋੜ ਪੈਣੀ ਆ ਕਿ ਅਸੀਂ ਉਸ ਸ਼ਬਦ ਨੂੰ ਉਸ ਤਰਤੀਬ ਦੇ ਵਿੱਚ ਲਿਖੀਏ ਤਾਂ ਕਿ ਜਿਹੜਾ ਪਾਠਕ ਆ ਜਾਂ ਪੜ੍ਹਨ ਵਾਲਾ ਆ ਉਹਨੂੰ ਪਤਾ ਲੱਗੇ ਕਿ ਇਸ ਸ਼ਬਦ ਤੋਂ ਬਾਅਦ ਆਹ ਸ਼ਬਦ ਆਵੇਗਾ। ਅਗਰ ਤੁਸੀਂ ਇਹ ਤੁਹਾਨੂੰ ਨਹੀਂ ਆਉਂਦੀ ਹੈਗੀ ਤਾਂ ਤੁਸੀਂ ਕਦੇ ਵੀ ਜਿਹੜਾ ਸ਼ਬਦਕੋਸ਼ ਹੈ ਉਹਦੀ ਵਰਤੋਂ ਨਹੀਂ ਕਰ ਸਕੋਗੇ। ਮੈਂ ਸਿਰਫ ਇੱਥੇ ਇੱਕ ਬਲਦੇਵ ਜੀ ਤੁਹਾਡੇ ਆਉਣ ਤੋਂ ਪਹਿਲਾਂ ਸ਼ਿੰਦਰਪਾਲ ਜੀ ਗੱਲ ਕਰਾਂਗਾ। ਤੁਸੀਂ ਬਹੁਤ ਹੀ ਇੱਕ ਮਾਰਕੇ ਦੀ ਗੱਲ ਕੀਤੀ, ਉਹ ਇਹ ਹੈ ਆਮ ਇੱਥੇ ਟੈਲੀਵਿਜ਼ਨ ਜਿਹੜੇ ਨਾ ਉਹਨਾਂ ਤੇ ਜਿਹੜੇ ਕੁਇਜ਼ ਸ਼ੋਅ ਚੱਲਦੇ ਆ ਜੀ, ਉਹਨਾਂ ਨੇ 4 ਇੱਕ ਅੰਗਰੇਜ਼ੀ ਦੇ ਸ਼ਬਦ ਦਿੱਤੇ ਵੀ ਇਹ ਕਿੰਨੇ ਸਕਿੰਟਾਂ ਦੇ ਵਿੱਚ ਦੱਸੋ ਉਹਦਾ ਐਲਫਾਬੈਟੀਕਲ ਆਰਡਰ ਕੀ ਹੈ। ਹਾਂਜੀ, ਤੇ ਜਿੱਦਾਂ ਹੁਣ ਫਰਜ਼ ਕਰੋ ਕੋਈ ਵੀ ਲਫ਼ਜ਼ ਲੈ ਲਓ, ਉਹ ਉਸ ਹਿਸਾਬ ਦੇ ਨਾਲ ਲਿਆ। ਤੇ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਬਹੁਤ ਹੀ ਵਧੀਆ, ਤੇ ਮੇਰਾ ਖਿਆਲ ਬਹੁਤ ਸਾਰੇ ਦਰਸ਼ਕਾਂ ਨੂੰ ਜਾਂ ਬਹੁਤ ਸਾਰੇ ਲੋਕਾਂ ਨੂੰ ਤਰਤੀਬ ਜਿਹੜੀ ਤੁਸੀਂ ਇਹ ਸਾਨੂੰ ਚੰਗੀ ਤਰ੍ਹਾਂ ਇਹਦੀ ਐਨ ਘੋਖ ਕਰਕੇ ਦੱਸ ਰਹੇ ਹਾਂ, ਮੇਰੇ ਖਿਆਲ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਵੇਗਾ। ਦੇਖੋ ਜੀ, ਜੇ ਆਪਾਂ ਸ਼ਬਦਕੋਸ਼ ਦੀ ਗੱਲ ਕਰਦੇ ਆ ਜਾਂ ਸ਼ਬਦ ਮਣੀ ਸਾਡਾ ਪ੍ਰੋਗਰਾਮ ਹੈਗਾ ਆ, ਜਿਹੜੀ ਸ਼ਬਦਾਂ ਦੀ ਮਣੀ ਆ ਜਾਂ ਸ਼ਬਦਾਂ ਦਾ ਭੰਡਾਰ ਹੈਗਾ ਆ, ਉਹਦੀ ਖੋਜ ਕਿੱਦਾਂ ਕਰਨੀ ਆ, ਉਹਦੀ ਪੜਤਾਲ ਕਿੱਦਾਂ ਕਰਨੀ ਆ, ਉਹਦੀ ਡੂੰਘਾਈ ਵਿੱਚ ਕਿੱਦਾਂ ਜਾਣਾ ਹੈਗਾ, ਕਿਹੜਾ ਸ਼ਬਦ ਕਿੱਥੋਂ ਲੱਭਣਾ ਹੈਗਾ, ਉਹ ਕਿੱਦਾਂ ਬਣਿਆ ਹੈਗਾ, ਉਹਨੂੰ ਕਿਹੜੀ ਕਿਹੜੀ ਲਗਾ ਮਾਤਰਾ ਲੱਗਦੀ ਹੈਗੀ ਆ। ਸੋ ਜੇ ਸਾਡੇ ਦਿਮਾਗ ਦੇ ਵਿੱਚ ਉਹ ਨਕਸ਼ਾ ਨਹੀਂ ਬਣਿਆ ਹੋਵੇਗਾ, ਅਸੀਂ ਕਦੇ ਵੀ ਉਹ ਸ਼ਬਦ ਉਹਦੇ ਅਰਥ ਤਾਂ ਦੂਰ ਦੀ ਗੱਲ ਹੈ, ਉਹ ਸ਼ਬਦ ਲੱਭਣ ਵਿੱਚ ਹੀ ਸਫਲ ਨਹੀਂ ਹੋਵਾਂਗੇ। ਪਹਿਲੀ ਹਾਂ ਕਿੱਦਾਂ ਹੁੰਦੀ। ਸੋ ਇਹਨਾਂ ਚੀਜ਼ਾਂ ਦੇ ਵੱਲ ਵੀ ਮੇਰੇ ਖਿਆਲ ਪੰਜਾਬੀਆਂ ਦਾ ਬਹੁਤ ਧਿਆਨ ਨਹੀਂ ਜਾਂਦਾ ਹੈਗਾ। ਸੋ ਇਹ ਵੀ ਇੱਕ ਮਕਸਦ ਹੈਗਾ ਇਸ ਪ੍ਰੋਗਰਾਮ ਦਾ, ਇਸ ਕਰਨ ਦਾ। ਕਿਉਂਕਿ ਦੇਖੋ ਮਰਵਾਜ ਜੀ, ਕੋਈ ਵੀ ਪ੍ਰੋਗਰਾਮ ਹੈਗਾ, ਕੋਈ ਵੀ ਕੰਮ ਹੈਗਾ, ਅਸੀਂ ਭਾਵਨਾ ਤੋਂ ਬਿਨਾਂ ਨਹੀਂ ਕਰ ਸਕਦੇ। ਤੁਸੀਂ ਦੇਖੋ ਸੈਰ ਕਰਨਾ ਤੁਹਾਨੂੰ ਡਾਕਟਰ ਨੇ ਕਿਹਾ
ਤੁਹਾਡੀ ਭਾਵਨਾ ਨਹੀਂ ਹੈਗੀ। ਅੱਛਾ, ਮੈਂ ਗੱਲ ਕਰਾਂ, ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਇਸ ਗੱਲ ਨਾਲ ਸਹਿਮਤ ਹੋਣਗੇ। ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਸ਼ੌਕ ਹੈਗਾ, ਉਹਨਾਂ ਨੇ ਸੈਰ ਕਰਨੀ ਆ, ਉਹਨੇ ਬਾਹਰ ਜਾ ਕੇ ਕੁਦਰਤ ਨਾਲ ਮਿਲਣਾ, ਕੁਦਰਤ ਨਾਲ ਗੱਲਾਂ ਕਰਨੀਆਂ, ਜੀਵ ਜੰਤੂਆਂ ਨੂੰ ਦੇਖਣਾ, ਉਹਨਾਂ ਨੂੰ ਦਰਖਤਾਂ ਨੂੰ ਦੇਖਣਾ, ਪੰਛੀਆਂ ਨੂੰ ਦੇਖਣਾ ਹੈਗਾ, ਕੁਦਰਤ ਦੇ ਨਜ਼ਾਰੇ ਦੇਖਣੇ ਆ। ਸੋ ਇਹ ਇੱਕ ਵੱਖਰੀ ਤਰ੍ਹਾਂ ਦੀ ਸੈਰ ਹੈਗੀ ਆ। ਸੋ ਉਹ ਜਿਹੜੀ ਭਾਵਨਾ ਹੋਣੀ ਚਾਹੀਦੀ ਹੈ ਸਾਡੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ। ਤੁਸੀਂ ਕੁਝ ਕਹਿਣ ਲੱਗੇ ਸੀ? ਨਹੀਂ, ਮੈਂ ਬਲਦੇਵ ਉਹਨਾਂ ਦੀ ਗੱਲ ਕਰਨ ਲੱਗਾ, ਜਿਹੜੀ ਤੁਸੀਂ ਮੈਂ ਕਹਿੰਦਾ ਇੰਨਾ ਇਹ ਇੰਟਰਸਟਿੰਗ ਲਫ਼ਜ਼ ਮੈਂ ਵਰਤ ਲਵਾਂ, ਤੇ ਮੈਂ ਇਦਾਂ ਕਰਕੇ, ਕਿਉਂਕਿ ਜਦੋਂ ਕਿ ਡਿਕਸ਼ਨਰੀ ਖੋਲ੍ਹੀ ਦੀ ਹੈ ਬਲਦੇਵ ਜੀ, ਆਹੀ ਤਰਤੀਬ ਵਾਲੀ ਗੱਲ ਆ ਗਈ। ਹੁਣ ਕੋਈ ਜਦੋਂ ਪਹਿਲਾਂ ਕੋਈ ਸ਼ਬਦ ਦੇਖਣਾ, ਜਿਹੜਾ ਲਫ਼ਜ਼ ਕੋਈ ਜਿਹਨੂੰ ਵੀ ਢੂੰਡਣਾ ਅਸੀਂ, ਉਹਦੀ ਪਹਿਲਾਂ ਦੇਖਣਾ ਪੈਣਾ। ਹੁਣ ਵਾਹਵਾ ਕਿੱਥੇ ਆਏਗਾ, ਹੁਣ ਸੱਸੇ ਦੀ ਪੈਰ ਬਿੰਦੀ ਕਿੱਥੇ ਆਏਗੀ, ਹਾਂਜੀ, ਤੇ ਆ ਕੀ ਲਫ਼ਜ਼ ਮੈਂ ਪਿਛਲੇ ਦੇਖ ਰਿਹਾ ਸੀ। ਮੈਂ ਕਹਿੰਦਾ ਤੁਸੀਂ ਇਹਦੀ ਤਰਤੀਬ ਦੀ ਗੱਲ ਕੀਤੀ ਹੈ, ਬਹੁਤ ਹੀ ਵਧੀਆ। ਤੁਸੀਂ ਇਹਦੇ ਬਾਰੇ ਬਲਦੇਵ ਜੀ ਕੀ ਕਹਿਣਾ? ਤਰਤੀਬ ਦੇ ਵਿੱਚ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੀਆਂ ਭਾਰਤ ਦੀਆਂ ਭਾਸ਼ਾਵਾਂ ਹੈਗੀਆਂ, ਜਿੱਦਾਂ ਉਹ ਲਿਪੀਆਂ ਜਿਹਨਾਂ ਨੂੰ ਕਹਿੰਦੇ ਆ, ਉਹ ਰੋਮਨ ਲਿਪੀ ਨਾਲੋਂ ਬਹੁਤ ਅਲੱਗ ਹੈਗੀਆਂ। ਅੱਛਾ, ਉਹਨਾਂ ਦਾ ਜਿਹੜਾ ਕਨਸੈਪਟ, ਹੁਣ ਜਿਹੜੀ ਰੋਮਨ ਲਿਪੀ ਹੈਗੀ ਆ, ਉਹਨੂੰ ਇਹ ਜਿਹੜਾ ਸ਼ਬਦ ਹੈ ਨਾ ਅਲਫਾਬੈਟੀਕਲ ਆਰਡਰ, ਇਹ ਸਿਰਫ ਰੋਮਨ ਲਿਪੀ ਨੂੰ ਹੀ ਅਪਲਾਈ ਹੁੰਦਾ। ਉਹ ਭਾਰਤ ਦੀਆਂ ਜਿਹੜੀਆਂ ਲਿਪੀਆਂ ਉਹਨਾਂ ਨੂੰ ਤੁਸੀਂ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਰੋਮਨ ਲਿਪੀ ਦੇ ਵਿੱਚ ਲਗਾ ਮਾਤਰਾ ਨਹੀਂ ਹੁੰਦੀਆਂ। ਤੇ ਉਹ ਔਰ ਕਿਸੇ ਹੱਦ ਤੱਕ ਜਿਹੜੀ ਰੋਮਨ ਲਿਪੀ ਆ, ਉਹ ਕੰਮ ਆਸਾਨ ਵੀ ਹੈਗਾ ਕਿ ਉਹ ABCD ਅਸੀਂ ਸਕੂਲੇ ਸਿੱਖੀ ਹੈਗੀ ਆ, ਕਿ ਉਹ ਜਿਹੜਾ ਅਲਫਾਬੈਟੀਕਲ ਆਰਡਰ ਆ ਉਸੇ ਹਿਸਾਬ ਦੇ ਨਾਲ ਸ਼ਬਦ ਲਿਖੇ ਜਾਂਦੇ ਆ, ਫਿਰ ਉਹਨਾਂ ਨੂੰ ਜਿਹੜਾ ਅਰੇਂਜ ਕਰਨਾ ਆ ਉਸੇ ਹਿਸਾਬ ਨਾਲ ਕਰ ਲੈਂਦੇ ਆ। ਲੇਕਿਨ ਕਿਉਂਕਿ ਸਾਡੀ ਜਿਹੜੀ ਲਿਪੀ ਹੈਗੀ ਆ, ਜਿੱਦਾਂ ਹੁਣ ਕੱਕਾ ਲੈ ਲਓ, ਕੱਕੇ ਦੇ ਨੂੰ ਪ੍ਰੋਸੈਸ ਕਰਨ ਦੇ ਲਈ ਉਹਦੇ ਮੋਹਰੇ, ਪਿੱਛੇ, ਥੱਲੇ ਤੇ ਉੱਪਰ ਅਸੀਂ ਮਾਤਰਾ ਲਾਉਨੇ ਹੈਗੇ ਆ ਕਿ ਉਹ ਕਿਹੜੀ ਧੁਨੀ ਨੂੰ ਰੈਪਰੈਜ਼ੈਂਟ ਕਰਦਾ। ਉਹ ਕੱਕਾ ਸਿਰਫ ਬੇਸਿਕ ਆਵਾਜ਼ ਹੈਗੀ ਆ, ਲੇਕਿਨ ਉਹ ਸ਼ਬਦ ਦੇ ਕੰਟੈਕਸਟ ਦੇ ਵਿੱਚ ਕੱਕੇ ਨੂੰ ਅਸੀਂ ਪ੍ਰੋਸੈਸ ਕਰਦੇ ਹਾਂ। ਔਰ ਜਿਹੜੀ ਰੋਮਨ ਲਿਪੀ ਆ, ਉਹਦੇ ਵਿੱਚ ਕੇ ਨੂੰ ਪ੍ਰੋਸੈਸ ਨਹੀਂ ਕੀਤਾ ਜਾਂਦਾ। ਸੋ ਉਹ ਕੰਮ ਸੌਖਾ। ਤੇ ਉਹ ਚਿੰਦਰ ਜੀ ਨੇ ਜੋ ਸਵਾਲ ਉਠਾਇਆ ਨਾ ਕਿ ਇਹਦੀ ਜਿਹੜੀ ਤਰਤੀਬ ਦੇਣੀ ਆ, ਉਹ ਸਾਨੂੰ ਇਹ ਡਿਸਾਈਡ ਕਰਨਾ ਪਊਗਾ ਕਿ ਜਿਹੜੀਆਂ ਲਗਾ ਮਾਤਰਾ ਹੈਗੀਆਂ ਉਹਨਾਂ ਦੀ ਤਰਤੀਬ ਕੀ ਹੋਣੀ ਚਾਹੀਦੀ ਆ। ਹਾਂਜੀ ਸ਼ਿੰਦਰ ਜੀ, ਮੈਂ ਥੋੜੀ ਐਡ ਕਰਨਾ ਚਾਹੁੰਦਾ। ਬਲਦੇਵ ਜੀ ਨੇ ਕਿਹਾ ਕਿ ਅੰਗਰੇਜ਼ੀ ਵਿੱਚ ਲਗਾ ਮਾਤਰਾ ਨਹੀਂ ਹੁੰਦੀਆਂ, ਪਰ ਮੇਰਾ ਇਹ ਕਹਿਣ ਦਾ ਭਾਵ ਜਿਹੜੇ ਵਾਵਲਸ ਹੁੰਦੇ ਆ, AIOU, ਜਿਹੜੇ 4-5 ਅੱਖਰ ਹੈਗੇ ਆ, ਉਹ ਲਗਾ ਮਾਤਰਾ ਹੀ ਹੈਗੀਆਂ ਨੇ। ਉਹਨਾਂ ਦਾ ਉਹੀ ਜਿਹੜੀ ਤੁਹਾਡੀ ਧੁਨੀ ਹੈਗੀ ਆ ਸ਼ਬਦ ਦੀ, ਤੇ ਉਹਦੇ ਅਰਥ ਆ, ਉਹਨਾਂ ਦੇ ਉੱਤੇ ਗਹਿਰਾ ਪ੍ਰਭਾਵ ਪਾਉਂਦੀਆਂ ਨੇ। ਔਰ ਦੂਜੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਪਿਛਲੇ ਜ਼ਮਾਨਿਆਂ ਦੇ ਵਿੱਚ ਜਿਹੜੇ ਪੰਜਾਬੀ ਦੇ ਖਾਸ ਤੌਰ ਤੇ ਅਧਿਆਪਕ ਹੁੰਦੇ ਸੀਗੇ, ਉਹ ਸਾਨੂੰ ਪਹਿਲਾਂ ਮੁਹਾਰ ਨਹੀਂ ਸਿਖਾਉਂਦੇ ਹੁੰਦੇ ਸੀ। ਉਸ ਗੱਲ ਦੇ ਉੱਤੇ ਵੀ ਸਾਨੂੰ ਧਿਆਨ ਦੇਣਾ ਪੈਣਾ ਹੈਗਾ। ਪਰ ਮੈਂ ਬਲਦੇਵ ਜੀ ਨੂੰ ਕਹਾਂਗਾ ਕਿ ਜਿਹੜੀ ਅਸੀਂ ਆਪਣਾ ਅੱਖਰਾਂ ਨੂੰ ਚੁਣਨਾ ਹੈਗਾ ਆ, ਉਹਦੇ ਵਿੱਚ ਹੋਰ ਪਿੱਛੇ ਉਹਦੇ ਕੀ ਹੋਵੇਗਾ, ਉਹ ਥੋੜਾ ਬਿਆਨ ਕਰਨਗੇ ਬਲਦੇਵ। ਨਹੀਂ, ਮੈਂ ਥੋੜਾ ਜਿਹਾ ਕਲੈਰੀਫਾਈ ਕਰਦੇ ਹਾਂ ਕਿ ਜਦੋਂ ਮੈਂ ਨਾ ਰੋਮਨ ਲਿਪੀ ਨੂੰ ਆਪਣੀ ਲਿਪੀ ਨਾਲ ਕੰਪੇਅਰ ਕਰਦਾ, ਉਹ ਮੈਂ ਇਹ ਕਹਿਣਾ ਕਿ ਹਰ ਰੋਮਨ ਕੈਰੈਕਟਰ ਨੂੰ ਪ੍ਰੋਸੈਸ ਨਹੀਂ ਕੀਤਾ ਜਾਂਦਾ। ਜਿਹੜੇ ਸਾਡੀ ਗੁਰਮੁਖੀ ਜਾਂ ਦੇਵਨਾਗਰੀ ਲਿਪੀ, ਉਹਦੇ ਤੇ ਪ੍ਰੋਸੈਸ ਹੁੰਦਾ। ਜਿੱਦਾਂ ਮੈਂ ਪਹਿਲਾਂ ਕਿਹਾ, ਕੱਕੇ ਦੇ ਥੱਲੇ ਵੀ ਔਂਕੜ, ਦਲੈਂਕੜੇ, ਹੋੜਾ, ਕਨੋੜਾ, ਉਹ ਅੰਗਰੇਜ਼ੀ 'ਚ ਜਾਂ ਰੋਮਨ ਲਿਪੀ 'ਚ ਨਹੀਂ ਪਾਏ ਜਾਂਦੇ। ਇਹੀ ਸਭ ਤੋਂ ਵੱਡੀ ਵਿਲੱਖਣਤਾ ਹੈਗੀ ਆ ਸਾਡੀ ਗੁਰਮੁਖੀ ਦੀ। ਇਸੇ ਕਰਕੇ ਉਹ ਸਮੱਸਿਆ ਵੀ ਪੈਦਾ ਹੁੰਦੀ ਆ। ਤੇ ਹੁਣ ਆਪਾਂ ਆਉਂਦੇ ਹੈਗੇ ਆ ਕਿ ਬਈ ਸ਼ਬਦਾਂ ਦੀ ਚੋਣ, ਕਿਉਂਕਿ ਸਾਡਾ ਮਕਸਦ ਇਹ ਆ ਕਿ ਦੇਖੋ ਸ਼ਬਦ ਤਾਂ ਹੈਗੇ ਪੰਜਾਬੀ ਦੇ ਹਜ਼ਾਰਾਂ ਹੈਗੇ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਹ ਸ਼ਬਦ ਸਾਰੇ ਦੇ ਸਾਰੇ ਕਵਰ ਨਹੀਂ ਕਰ ਸਕਦੇ, ਲੇਕਿਨ ਆਪਾਂ ਸ਼ਬਦ ਇਸ ਤਰ੍ਹਾਂ ਚੁਣਾਂਗੇ ਤਾਂ ਕਿ ਉਹਦੀ ਇਲਸਟ੍ਰੇਸ਼ਨ ਦੇ ਸਕੀਏ ਕਿ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਆ ਔਰ ਉਹ ਲਿਖੇ ਕਿੱਦਾਂ ਜਾਂਦੇ ਆ, ਕਿ ਉਹ ਜਿਹੜੀਆਂ ਲਗਾ ਮਾਤਰਾ ਨੂੰ ਵਰਤਣ ਦੇ ਜਿਹੜੇ ਨਿਯਮ ਆ ਉਹ ਕੀ ਹੈਗੇ ਆ। ਤੇ ਉਹ ਇਸ ਲਈ ਕਿ ਆਪਣਾ ਜਿਹੜਾ ਮਨੋਰਥ ਹੈਗਾ ਆ ਉਹ ਇਹ ਆ ਕਿ ਹਰ ਸ਼ਬਦ ਨੂੰ ਲੈ ਕੇ ਉਹਦਾ ਦੱਸਾਂਗੇ ਕਿ ਬਈ ਅਰਥ ਕੀ ਹੈਗਾ, ਕਿਉਂਕਿ ਹਰ ਸ਼ਬਦ ਦਾ ਜਿਹੜਾ ਅਰਥ ਆ ਉਹ ਐਬਸੋਲੂਟ ਨਹੀਂ ਹੁੰਦਾ, ਲੇਕਿਨ ਉਹ ਕੰਟੈਕਸਟ ਬੇਸਡ ਵੀ ਹੁੰਦਾ ਹੈ ਨਾ, ਕਿ ਉਹ ਜਿਹੜਾ ਅਰਥ ਆ ਹਰ ਸ਼ਬਦ ਦਾ ਉਹ ਸੈਂਟੈਂਸ ਦੇ ਵਿੱਚ ਜਦ ਆ ਜਾਂਦਾ ਨਾ, ਵਾਕ ਦੇ ਵਿੱਚ ਆ ਜਾਂਦਾ ਤੇ ਉਹ ਬਦਲ ਜਾਂਦੇ ਹੈਗੇ। ਹਾਂਜੀ, ਉਹ ਮੈਂ ਇੱਕ ਸੈਕਿੰਡ ਵਿੱਚ ਇੱਥੇ ਆਹੀ ਤੁਸੀਂ ਬਹੁਤ ਵਧੀਆ ਪੁਆਇੰਟ ਕੀਤਾ, ਕਿਉਂਕਿ ਕਈ ਅਰਥ ਇਹੋ ਜਿਹੇ ਹੁੰਦੇ ਆ, ਲੋਕ ਅਰਥ ਕਰਦੇ ਆ ਆਪਣੇ
ਮਤਲਬ ਦੇ ਬਿਲਕੁਲ ਬਿਲਕੁਲ ਤੇ ਕਈ ਵਾਰੀ ਉਹਦਾ ਜਿਹੜਾ ਸ਼ੁੱਡ ਵੀ ਅਰਥ ਜਿਹੜਾ ਕਿ ਹੋਣਾ ਚਾਹੀਦਾ ਅਰਥ ਜਿਹੜਾ ਆਮ ਆਵਾਮ ਆਮ ਪਬਲਿਕ ਦੇ ਵਿੱਚ ਜਿਹੜਾ ਮਤਲਬ ਉਹ ਅਰਥ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ। ਕਈ ਵਾਰੀ ਮਾਫ ਕਰਨਾ ਕਿ ਗੁਰਬਾਣੀ ਦੇ ਅਰਥ ਵੀ ਲੋਕ ਆਪਣੇ ਹਿਸਾਬ ਨਾਲ ਲੈ ਲੈਂਦੇ ਆ। ਹਾਂਜੀ ਵੀ ਇਹਦਾ ਮਤਲਬ ਆ ਹਿਸਾਬ ਨਹੀਂ ਆਪਣੇ ਗਿਆਨ ਦੇ ਮੁਤਾਬਿਕ ਕਹਿ ਸਕਦੇ ਆ। ਨਹੀਂ ਕਈ ਕਹਿੰਦੇ ਜੀ ਆਹ ਇਦਾਂ ਲਿਖਿਆ ਵੀ ਉਹ ਜਾਂ ਉਹਨੂੰ ਖਰੜ ਗਿਆਨ ਵੀ ਰੱਖ ਲਓ ਤੇ ਉਸ ਹਿਸਾਬ ਨਹੀਂ ਬਦਲਦੇ। ਪਰ ਜਿਹੜਾ ਤੁਸੀਂ ਇਹ ਬਿਲਕੁਲ ਗੱਲ ਕਹੀ ਵੀ ਐਬਸੋਲੂਟ ਅਰਥ ਜਿਹੜਾ ਉਹ ਤਾਂ ਨਹੀਂ ਹੁੰਦਾ ਕਿਉਂਕਿ ਉਹਦੇ ਮੀਨਿੰਗ ਹਰ ਲਫ਼ਜ਼ ਦੇ ਮੀਨਿੰਗ ਜਿਹੜੇ ਆ 2 ਜਾਂ 3 ਵੱਖਰੇ ਵੱਖਰੇ ਆਉਂਦੇ। ਇਹਦੇ ਬਾਰੇ ਗਾਹਾਂ ਵਿਚਾਰ ਹੋਣੀ ਹੈ। ਸੌਰੀ ਮੈਂ ਤੁਹਾਨੂੰ ਨਹੀਂ ਦੇਖੋ ਤੁਸੀਂ ਗੁਰਬਾਣੀ ਦਾ ਦੱਸਿਆ ਹੈਗਾ ਜਦੋਂ ਕਿਸੇ ਸ਼ਬਦ ਨੂੰ ਸਾਇੰਸ ਦੇ ਲਈ ਵਰਤਿਆ ਜਾਂਦਾ ਤੇ ਉਹਦੇ ਮੀਨਿੰਗ ਵੀ ਬਦਲ ਜਾਂਦੇ ਹੈਗੇ ਆ ਕਿ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਪੰਜਾਬੀ ਭਾਸ਼ਾ ਸਾਇੰਟੀਫਿਕ ਭਾਸ਼ਾ ਨਹੀਂ ਹੈਗੀ। ਇਹ ਵੀ ਹੈਗੀ ਆ। ਜਦੋਂ ਸਾਇੰਟੀਫਿਕ ਗੱਲਾਂ ਪੰਜਾਬੀ ਦੇ ਵਿੱਚ ਹੁੰਦੀਆਂ ਤਾਂ ਉਹਨਾਂ ਦੇ ਅਰਥ ਵੀ ਬਦਲ ਜਾਂਦੇ। ਉਹ ਆਪਾਂ ਕਵਰ ਕਰਾਂਗੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ। ਅੱਛਾ ਇੱਕ ਤਾਂ ਇਹ ਹੋ ਗਿਆ ਕਿ ਉਸ ਸ਼ਬਦ ਦੇ ਅਰਥ ਕੀ ਆ। ਦੂਸਰੀ ਜਿਹੜੀ ਹੈਗੀ ਆ ਕਿ ਸ਼ਬਦ ਜਿਹੜੇ ਆ ਨਵੇਂ ਜਦੋਂ ਸ਼ਬਦ ਘੜੇ ਜਾਂਦੇ ਆ ਨਾ ਤੇ ਉਹ ਦੂਜੇ ਸ਼ਬਦਾਂ ਨੂੰ ਰਲਾ ਕੇ ਵੀ ਕਈ ਵਾਰੀ ਘੜੇ ਜਾਂਦੇ ਆ ਕਿ ਉਹਨਾਂ ਦਾ origin ਕਿਸੇ ਸ਼ਬਦ ਦਾ origin ਕੀ ਹੁੰਦਾ। ਠੀਕ ਹੈ ਆਇਆ ਕਿੱਥੋਂ ਉਹਨੂੰ ਪੰਜਾਬੀ ਦੀ ਟੈਕਨੀਕਲ ਭਾਸ਼ਾ ਦੇ ਵਿੱਚ ਉਹਨੂੰ ਨਿਰੁਕਤੀ ਕਹਿੰਦੇ ਆ। ਅੱਛਾ ਜਾਂ ਵਿਉਤਪਤੀ ਕਹਿੰਦੇ ਆ ਕਿ ਇਹ ਉਤਪੰਨ ਕਿਸ ਤਰ੍ਹਾਂ ਹੋਇਆ। ਜੇ ਆਪਾਂ ਇਹਦਾ ਪਿਛੋਕੜ ਕੀ ਆ ਕਿ ਉਹ ਜਿਹੜੇ ਅੱਖਰ ਆ ਹਰ ਇੱਕ ਸ਼ਬਦ ਦੇ ਵਿੱਚ ਜਿਹੜੇ ਅੱਖਰ ਆ ਕੀ ਉਹਨਾਂ ਤੋਂ ਉਹਨਾਂ ਦੇ ਮੇਲ ਮਿਲਾਪ ਨਾਲ ਬਣਿਆ ਹੈਗਾ ਜਾਂ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਸ਼ਬਦ ਹੈਗਾ। ਸੋ ਆਪਾਂ ਹਰ ਸ਼ਬਦ ਦੀ ਨਿਰੁਕਤੀ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅੰਗਰੇਜ਼ੀ ਦਾ ਜਿਹੜਾ ਹੈਗਾ ਇਹ ਹੈਗਾ ਐਟੀਮੋਲੋਜੀ ਅੰਗਰੇਜ਼ੀ ਦੀ ਐਟੀਮੋਲੋਜੀ ਕਿਉਂਕਿ ਕਈ ਸਾਡੇ ਜਿਹੜੇ ਦਰਸ਼ਕ ਹੈ ਨਾ ਜਾਂ ਦੇਖਣ ਵਾਲੇ ਉਹ ਇਹ ਵੀ ਕਹਿਣਗੇ ਵੀ ਇਹ ਨਿਰੁਕਤੀ ਕਿੱਥੋਂ ਆ ਗਿਆ ਇਹਦਾ ਕੀ ਮਤਲਬ ਹੈ। ਹੋ ਸਕਦਾ ਅਸੀਂ ਕਈ ਵਾਰੀ ਅੰਗਰੇਜ਼ੀ ਦਾ ਲਫ਼ਜ਼ ਵੀ ਵਰਤ ਕੇ ਨਾ ਕਿਉਂਕਿ ਦਿਮਾਗ ਦੇ ਵਿੱਚ ਬਹੁਤੇ ਅੰਗਰੇਜ਼ੀ ਦੇ ਲਫ਼ਜ਼ ਵਰਤਦੇ ਤਾਂ ਉਹਨਾਂ ਤੋਂ ਪਤਾ ਲੱਗ ਜਾਂਦਾ। ਹਾਂਜੀ ਤੇ ਹਾਂਜੀ ਉਹ ਆਪਾਂ ਹਰ ਸ਼ਬਦ ਦੀ ਨਿਰੁਕਤੀ ਦੇਖਾਂਗੇ ਕਿ ਇਹ ਆਇਆ ਕਿੱਥੋਂ ਕਿਉਂਕਿ ਉਹਦੇ ਅਰਥ ਨੂੰ ਫਿਕਸ ਕਰਨ ਦੇ ਲਈ ਬਹੁਤ ਮਹੱਤਵਪੂਰਨ ਹੈਗਾ ਕਿ ਉਹ ਆਇਆ ਕਿੱਥੋਂ ਹੈਗਾ। ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਬਈ ਇਸ ਸ਼ਬਦ ਦੇ ਅਰਥ ਵਰਗੇ ਹੋਰ ਸ਼ਬਦ ਵੀ ਹੈਗੇ ਆ ਕਿ ਨਹੀਂ ਹੈਗੇ। ਅੱਛਾ ਤੇ ਉਹ ਵੀ ਐਗਜ਼ਾਮਪਲ ਦੇਵਾਂਗੇ ਕਿ ਬਈ ਦੇਖੋ ਹਰ ਸ਼ਬਦ ਦਾ ਆਪੋ ਆਪਣਾ ਮੀਨਿੰਗ ਹੁੰਦਾ ਲੇਕਿਨ ਉਹ ਜਿਹੜਾ ਮੀਨਿੰਗ ਹੈਗਾ ਉਹ ਜਿਹੜਾ ਸ਼ਬਦ ਆ ਉਹਦੇ ਕਲੋਜ਼ ਮੀਨਿੰਗ ਜਿਹੜੇ ਆ ਉਹਦੇ ਨੇੜੇ ਦੇ ਜਿਹੜੇ ਹੈਗੇ ਆ ਸਮਅਰਥੀ ਮੀਨਿੰਗ ਜਿਹੜੇ ਆ ਆਪਾਂ ਉਹ ਵੀ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਬਈ ਇਸ ਸ਼ਬਦ ਦੇ ਨਾਲ ਲੱਗਦੇ ਹੋਰ ਸ਼ਬਦ ਕਿਹੜੇ ਹੈਗੇ। ਹਾਂ ਸਿਨੋਨਿਮਸ। ਤੇ ਅੱਛਾ ਉਸ ਤੋਂ ਬਾਅਦ ਆਪਾਂ ਕਰਾਂਗੇ ਵੀ ਹਰ ਸ਼ਬਦ ਨੂੰ ਵਰਤਿਆ ਕਿਸ ਤਰ੍ਹਾਂ ਜਾਂਦਾ ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਿਸੇ ਵੀ ਵਾਕ ਦੇ ਵਿੱਚ ਆ ਕੇ ਉਹ ਸ਼ਬਦ ਆਪਣਾ ਅਰਥ ਜਿਹੜਾ ਬਦਲ ਲੈਂਦਾ ਹੈ ਨਾ ਕਿ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਈ ਉਹ ਸ਼ਬਦ ਜਿਹੜੇ ਆ ਉਹ ਆਪਣਾ ਅਰਥ ਬਦਲਦੇ ਕਿਉਂ ਆ ਔਰ ਕਿਸ ਤਰ੍ਹਾਂ ਬਦਲਦੇ ਹੈਗੇ ਆ। ਉਹ ਜਿਹੜਾ ਵਾਕ ਆ ਉਹਨਾਂ ਨੂੰ ਉਸ ਸ਼ਬਦ ਨੂੰ ਮਜਬੂਰ ਕਿਉਂ ਕਰਦਾ ਕਿ ਵੀ ਤੇਰਾ ਅਰਥ ਆ ਹੋਣਾ ਚਾਹੀਦਾ ਹੈ ਨਾ। ਤੇ ਛਿੰਦਰਪਾਲ ਜੀ ਜਿਹੜੇ ਆਪਣੇ ਜਿਹੜੇ 5 ਆ ਨਾ ਇਹ ਇੱਕ ਪੈਰਾਮੀਟਰਸ ਹੋ ਗਿਆ ਜਿਹਦੇ ਬਾਰੇ ਹੋਣਗੇ ਜਿਹੜਾ ਛੇਵਾਂ ਆ ਹਾਂਜੀ ਜਿਹੜਾ ਮੇਰੇ ਖਿਆਲ ਬਹੁਤ ਉਹ ਵੀ ਇੰਨਾ ਹੀ ਇੰਪੋਰਟੈਂਟ ਹੈ ਜਿਹਦਾ ਉਚਾਰਨ ਜਿਹਨੂੰ ਆਪਾਂ ਪ੍ਰੋਨਾਂਸੀਏਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ ਉਹਦੇ ਵਿੱਚ ਮੈਂ ਬਹੁਤ ਸਾਰੇ ਤੁਹਾਡੇ ਜਵਾਬ ਤੋਂ ਪਹਿਲਾਂ ਬਹੁਤ ਸਾਰੇ ਦੇਖਦੇ ਜਦੋਂ ਆਮ ਆਪਾਂ ਗੱਲ ਕਰਦੇ ਹਾਂ ਅਸੀਂ ਪੰਜਾਬੀ ਖਾਸ ਕਰਕੇ ਅਸੀਂ ਵਾਵੇ ਦਾ ਤੇ ਬੱਬੇ ਦਾ ਹਾਂਜੀ ਤੇ ਜਾਂ ਅਸੀਂ ਕੋਈ ਅੱਖਰ ਬੋਲਣ ਦੇ ਲਈ ਨਾ ਉਹਦਾ ਮਤਲਬ ਸਹੀ ਉਚਾਰਨ ਨਹੀਂ ਕਰਦੇ ਤੇ ਉਹ ਇਹੋ ਜਿਹਾ ਹੁੰਦਾ ਉਹਦਾ ਕਈ ਵਾਰੀ ਮਤਲਬ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਉਚਾਰਨ ਦੀ ਗੱਲ ਤੁਸੀਂ ਦੱਸੋ। ਉਸ ਤੋਂ ਪਹਿਲਾਂ ਬਲਦੇਵ ਜੀ ਨੇ ਕਿਹਾ ਸੀ ਉਤਪਤੀ ਦੀ ਜਿਹੜੀ ਗੱਲ ਕੀਤੀ ਹੈ ਕਿ ਕੀ ਉਹ ਸ਼ਬਦ ਜਿਹੜਾ ਹੈਗਾ ਆ ਉਹ ਦੋ ਸ਼ਬਦਾਂ ਦਾ ਸੁਮੇਲ ਹੈਗਾ ਕਿ ਇਕੱਲਾ ਸ਼ਬਦ ਕਹਿਣਾ ਹੈਗਾ। ਅਸੀਂ ਜਿਹੜਾ ਪਹਿਲਾ ਪ੍ਰੋਗਰਾਮ ਕੀਤਾ ਸੀਗਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਿਆ ਸੀਗਾ ਸੰਧੀ ਛੇਦ। ਅੱਛਾ ਜਦੋਂ ਅਸੀਂ ਸ਼ਬਦ ਮਣੀ ਦੀ ਗੱਲ ਕਰਦੇ ਆ ਇਹ ਦੋ ਸ਼ਬਦਾਂ ਦਾ ਮੇਲ ਹੈਗਾ ਆ ਸ਼ਬਦ ਮਣੀ ਜਿੱਦਾਂ ਅਸੀਂ ਜੇ ਗੁਰਬਾਣੀ ਦੀ ਗੱਲ ਕਰਦੇ ਆ ਸੁਖਮਣੀ ਸੁੱਖਾਂ ਦੀ ਮਣੀ ਸੋ ਉਹਦਾ ਸੰਧੀ ਛੇਦ ਹੋ ਜਾਊਗਾ। ਤੇ ਜਿਹੜੀ ਬਲਦੇਵ ਜੀ ਨੇ ਗੱਲ ਕੀਤੀ ਉਹਦੀ ਵਰਤੋਂ ਕਿੱਦਾਂ ਹੋਣੀ ਆ ਉਹਦੀ ਵਰਤੋਂ ਦੀ ਮੈਂ ਇੱਕ ਹੋਰ ਥੋੜਾ ਉਹਨੂੰ ਐਕਸਟੈਂਡ ਕਰ ਦਈਏ ਵਧਾ ਦਈਏ ਗੱਲ ਨੂੰ ਥੋੜਾ ਜਿਹਾ ਜਾਂ ਸਾਡੇ ਦਰਸ਼ਕ ਪਤਾ ਲੱਗਣ ਉਹਦਾ ਕੰਟੈਕਸਟ ਕੀ ਹੈਗਾ ਆ ਉਹਦਾ ਸੰਦਰਭ ਕੀ ਹੈਗਾ ਆ ਕਿਹੜੇ ਸੰਦਰਭ ਵਿੱਚ ਅਸੀਂ ਗੱਲ ਕਰ ਰਹੇ ਹੈਗੇ ਆ ਉਹ ਬੜਾ ਜ਼ਰੂਰੀ ਹੋਊਗਾ। ਹੁਣ ਤੁਸੀਂ ਗੱਲ ਕੀਤੀ ਆ ਬੜੀ ਜਿਹੜੀ ਮਹੱਤਵਪੂਰਨ ਗੱਲ ਹੈਗੀ ਆ ਕਿਸੇ ਵੀ ਭਾਸ਼ਾ ਨੂੰ ਸਿੱਖਣ ਵਾਸਤੇ ਤੁਹਾਨੂੰ
ਪਹਿਲੀ ਗੱਲ ਤਾਂ ਉਸ ਦਾ ਉਚਾਰਨ ਜਿਹੜਾ ਹੈਗਾ ਉਹ ਸਹੀ ਹੋਣਾ ਚਾਹੀਦਾ ਆ। ਇਹ ਸਾਰੀ ਗੱਲ ਹੀ ਮੇਰੇ ਖਿਆਲ ਉਚਾਰਨ ਦੇ ਉੱਤੇ ਢੁਕਦੀ ਹੈਗੀ ਆ ਕਿ ਉਸ ਦਾ ਸਹੀ ਮਤਲਬ ਕਿੱਦਾਂ ਲਿਆ ਜਾਣਾ ਚਾਹੀਦਾ। ਤੁਸੀਂ ਵਾਵੇ ਬੱਬੀ ਦੀ ਗੱਲ ਕੀਤੀ ਆ, ਪਰ ਬਹੁਤ ਸਾਰੇ ਸ਼ਬਦ ਹੋੜਾ ਤੇ ਕਨੌੜਾ ਵਾਲੇ ਹੈਗੇ। ਹਾਂਜੀ ਹਾਂਜੀ ਹਾਂਜੀ। ਹੋਲੀ ਜਾਂ ਕਨੌੜੇ ਦੇ ਨਾਲ ਜਾਂ ਹੋੜ ਦੇ ਨਾਲ ਬਹੁਤ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਆ ਜੀ। ਠੀਕ। ਸਿਰਫ ਉਚਾਰਨ ਹੀ ਨਹੀਂ ਬਦਲਦਾ, ਉਹਨਾਂ ਦਾ ਸਾਰਾ ਧਰਾਤਲ ਹੀ ਬਦਲ ਜਾਂਦਾ ਹੈ, ਸਾਰਾ ਮਤਲਬ ਹੀ ਬਦਲ ਜਾਂਦਾ ਹੈ। ਮਿਸਾਲ ਦੇ ਤੌਰ ਤੇ ਹੋਲੀ ਤੇ ਹੌਲੀ ਬਹੁਤ ਜ਼ਮੀਨ। ਸੋ ਜਿਹੜਾ ਉਚਾਰਨ ਹੈਗਾ ਇਹਦੇ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਮੈਂ ਵੀ ਇੱਕ ਆਪਾਂ ਆਮ ਤੌਰ ਤੇ ਅੱਜ ਬਹੁਤ ਸਾਰੇ ਪ੍ਰੈਜ਼ੈਂਟਰ ਰੇਡੀਓ ਟੈਲੀਵਿਜ਼ਨ ਔਰ ਕਈ ਲਿਖਣ ਵਾਲੇ ਕੌਮ ਕਹਿੰਦੇ ਆ। ਲਫ਼ਜ਼ ਹੈ ਕੌਮ ਜੀ। ਉੱਥੇ ਕੱਕੇ ਨੂੰ ਵੀ ਤੁਸੀਂ ਮੈਨੂੰ ਤੁਸੀਂ ਗੱਲ ਦੱਸੀ, ਕੱਕੇ ਨੂੰ ਵੀ ਬਿੰਦੀ ਲਾਉਣੀ ਪੈਗੀ ਕਿਤੇ, ਕਿਉਂਕਿ ਜਿਹੜਾ ਕੌਮ ਹੈ ਇਹ ਕਿਊ ਦੇ ਲਫ਼ਜ਼ ਦੇ ਨਾਲ ਆਉਂਦਾ ਹੈਗਾ। ਮੈਂ ਤੇ ਇਸ ਕਰਕੇ ਤੁਹਾਨੂੰ ਥੋੜੀ ਜਿਹਾ ਇੰਟਰਰਪਟ ਕੀਤਾ ਹੈਗਾ। ਤੇ ਇੱਕ ਹੋਰ ਲਫ਼ਜ਼ ਨਾਲ ਮੈਂ, ਕਿਉਂਕਿ ਹੁਣ ਤੁਹਾਡੇ ਕੋਲ ਇਹ ਲੈਣੀ ਗੱਲ, ਇੱਕ ਮੈਂ ਕੱਲ ਹੀ ਸੁਣਿਆ ਕਿ ਇਹ ਟੀਵੀ ਪ੍ਰੈਜ਼ੈਂਟਰ ਆਪਣਾ ਪੰਜਾਬੀ, ਇੱਥੇ ਦਾ ਇੰਗਲੈਂਡ ਦਾ ਨਹੀਂ, ਪੰਜਾਬੀ ਦਾ, ਮੈਂ ਕਹਿੰਦਾ ਜੀ ਨੌਜਵਾਨਾਂ ਦੀ ਗੱਲ ਕਰ ਰਿਹਾ ਹੈ। ਮੈਂ ਕਿਹਾ ਇਹ ਨੌਜਵਾਨ ਕਿੱਥੋਂ ਆ ਗਿਆ ਲਫ਼ਜ਼? ਤੁਹਾਨੂੰ ਸੋਚਦੇ ਹੋ ਇਹ ਹੋੜਾ ਲਾਇਆ ਕਿ ਅੰਕਰ ਲਾਇਆ? ਹਾਂਜੀ। ਤੇ ਹੁਣ ਉਹ ਨੌਜਵਾਨ ਜੇ ਕਿ ਮੈਂ ਕਿਹਾ ਵੀ ਇਹਦਾ ਗੱਲ, ਮੈਂ ਘਰ ਬੈਠੇ ਕੇ ਮੈਂ ਕਿਹਾ ਆਹ ਤਾਂ ਕੀ ਕਹਿਣ ਡਿਆ ਹੁਣ। ਹਾਂਜੀ। ਤੁਹਾਨੂੰ ਯਾਦ ਹੋਗਾ ਪਿਛਲੇ ਆਪਾਂ ਪ੍ਰੋਗਰਾਮ ਦੇ ਵਿੱਚ ਵੀ ਇਹ ਸਪਸ਼ਟ ਕੀਤਾ ਸੀ, ਇਸ ਪ੍ਰੋਗਰਾਮ ਦੇ ਬਹੁਤ ਮਕਸਦ ਹੈਗੇ ਆ, ਬਹੁਤ ਫਾਇਦੇ ਹੈਗੇ ਆ, ਜਿਹੜਾ ਕਿ ਇਹ ਸਿਰਫ ਸਾਡੇ ਵਾਸਤੇ ਨਹੀਂ, ਪਰ ਸਾਨੂੰ ਇਹਦਾ ਇਹ ਫਾਇਦਾ ਹੈਗਾ ਕਿ ਅਸੀਂ ਹੋਰ ਬਹੁਤ ਕੁਝ ਸਿੱਖਦੇ ਹਾਂ ਆਪ। ਜਿਵੇਂ ਕਿ ਭਾਵਨਾ ਦੀ ਗੱਲ ਕੀਤੀ ਆ, ਸਾਡੀ ਜਿਹੜੀ ਜਗਿਆਸਾ ਹੈਗੀ ਆ, ਉਹ ਜਗਿਆਸਾ ਦਾ ਜਾਗਣਾ ਬੜਾ ਜ਼ਰੂਰੀ ਆ। ਮੇਰੇ ਖਿਆਲ ਬਹੁਤ ਸਾਰੇ ਦਰਸ਼ਕਾਂ ਦੇ ਵਿੱਚ ਇਹ ਜਗਿਆਸਾ ਜਾਗੇਗੀ ਕਿ ਆਹ ਤਾਂ ਸ਼ਬਦ ਮੈਂ ਇਹਨੂੰ ਇਸ ਤਰ੍ਹਾਂ ਵਰਤਦਾ ਸੀ, ਜਾਂ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਸੀਗਾ। ਅਸੀਂ ਆਪ ਵੀ ਸੋਚਦੇ ਹੈਗੇ ਆ। ਤੇ ਇਹ ਤੁਸੀਂ ਪਿਛਲੇ ਹਫ਼ਤੇ ਮੈਂ ਪ੍ਰੋਗਰਾਮ, ਮੈਨੂੰ ਗੱਲ ਯਾਦ ਆ ਗਈ, ਤੁਸੀਂ ਕਿਹਾ ਜਿਹੜੇ 35 ਅੱਖਰ ਆ ਹੁਣ ਤਾਂ 36 ਹੋ ਗਏ ਆ। ਪਰ ਮੈਂ ਸੋਚਿਆ ਨਹੀਂ ਮਰਵਾਹਾ ਸਾਹਿਬ, ਤੁਸੀਂ ਲੱਲੇ ਦੀ ਗੱਲ ਕੀਤੀ, ਲੱਲੇ ਪੈਰ 'ਚ ਬਿੰਦੀ ਹੈਗੀ, ਉਹ 36ਵਾਂ ਸ਼ਬਦ ਹੈਗਾ। ਮੈਂ ਕਿਹਾ ਨਹੀਂ ਮਰਵਾਹਾ ਸਾਹਿਬ, ਜਿਹੜਾ ਸੱਸੇ ਪੈਰ ਬਿੰਦੀ ਆ ਬਹੁਤ ਹੀ ਮਹੱਤਵਪੂਰਨ ਸ਼ਬਦ ਹੈਗਾ। ਜੇ ਉਹ ਸੱਸੇ ਪੈਰ 'ਚ ਬਿੰਦੀ ਨਾ ਹੁੰਦੀ ਸ਼ਬਦ ਬਣਨਾ ਹੀ ਨਹੀਂ ਸੀ, ਸ਼ਬਦ ਨਹੀਂ ਸੀ ਬਣਨਾ। ਸੋ 37 ਅੱਖਰ ਹੋ ਗਏ ਆ। ਸ਼ਿੰਦਰਪਾਲ ਵੀ ਨਹੀਂ ਸੀ ਬਣਨਾ, ਸ਼ਿੰਦਰਪਾਲ ਵੀ ਨਹੀਂ ਬਣਨਾ ਸੀ। ਬਿਲਕੁਲ ਬਿਲਕੁਲ। ਅੱਛਾ ਜੀ, ਬਹੁਤ ਦੇਖੋ ਇਹ ਜਿਹੜੀਆਂ ਗੱਲਾਂ ਆਪਾਂ, ਜਿੱਦਾਂ ਬਲਦੇਵ ਜੀ ਨੇ ਕਿਹਾ ਹੈ ਨਾ ਕਿ ਸਾਰੇ ਸ਼ਬਦ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਹੀਂ ਲਿਆ ਸਕਦੇ, ਔਰ ਨਾ ਹੀ ਇੰਨੀ ਡੂੰਘਾਈ ਤੱਕ ਸਾਡੀ ਸਮਰੱਥਾ ਸ਼ਾਇਦ ਹੋਵੇ। ਮੈਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਸਾਡੇ ਦਰਸ਼ਕ ਹੋਣਗੇ ਜਿਨ੍ਹਾਂ ਦੇ ਕੋਲ ਬਹੁਤ ਗਿਆਨ ਦਾ ਭੰਡਾਰ ਹੋਵੇਗਾ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ, ਉਹ ਸਾਨੂੰ ਆਪਣਾ ਸਹਿਯੋਗ ਦੇਣ। ਤੇ ਦੂਜੀ ਗੱਲ ਹੈਗੀ ਆ ਕਿ ਸਾਡੇ ਕੋਲ ਸਮਾਂ ਨਹੀਂ ਹੋਵੇਗਾ। ਜੇ ਆਪਾਂ ਹੁਣ ਇੱਕ ਅੱਖਰ ਦੇ ਉੱਤੇ 4 ਪ੍ਰੋਗਰਾਮ ਕਰਨ ਲੱਗ ਪਏ ਤੇ 37 ਅੱਖਰ ਆ ਗਿਆ, 37 ਨੂੰ 4 ਨਾਲ ਗੁਣਾ ਕਰਕੇ ਫਿਰ ਤਾਂ ਸਾਨੂੰ ਕਈ ਸਾਲ ਲੱਗ ਜਾਣਗੇ। ਸੋ ਕੋਸ਼ਿਸ਼ ਹੋਵੇਗੀ ਜਿਹੜੀ ਸ਼ਬਦ ਚੋਣ ਹੈਗੀ ਆ ਉਹ ਅਸੀਂ ਉਹ ਮਹੱਤਵਪੂਰਨ ਸ਼ਬਦ ਲੱਭੀਏ ਜਿਨ੍ਹਾਂ ਦਾ ਕਿ ਜਿਹੜਾ ਮਤਲਬ ਹੈਗਾ ਆ, ਜੇ ਬਲਦੇਵ ਜੀ ਨੇ ਗੱਲ ਕੀਤੀ ਆ, ਉਹਨਾਂ ਦਾ ਮਤਲਬ ਬਦਲ ਜਾਂਦਾ ਹੈਗਾ। ਜਿਹੜਾ ਅਸਲੀ ਮਤਲਬ ਹੈਗਾ ਆ, ਜਿਹੜਾ ਐਬਸੋਲਿਊਟ ਮਤਲਬ ਹੈਗਾ ਆ, ਉਹ ਲੱਭੀਏ ਅਸੀਂ। ਤੇ ਦੂਜੀ ਗੱਲ ਹੈਗੀ ਆ ਕਿ ਉਹਨਾਂ ਦੇ ਹੋਰ ਉਹਦੇ ਨਾਲ ਦੇ ਸ਼ਬਦ ਕੀ ਹੈਗੇ ਆ, ਤਾਂ ਜਿਹੜੇ ਕਹਿ ਦਈਏ ਜਿਹੜੇ ਬਹੁ ਅਰਥੀ ਸ਼ਬਦ ਹੈਗੇ ਆ। ਆਪਾਂ ਉੱਤਰ ਦੀ ਗੱਲ ਕੀਤੀ ਸੀ ਪਿਛਲੇ ਹਫ਼ਤੇ, ਉੱਤਰ ਦੇ ਜਿੱਦਾਂ ਲਾਈਟ ਤੇ ਰਾਈਟ ਦੀ ਗੱਲ ਕੀਤੀ ਸੀ। ਇਹਨਾਂ ਦੀ ਮਤਲਬ ਕਿੰਨੀ 10-20 ਉਹਨਾਂ ਦੇ ਅਰਥ ਬਣ ਸਕਦੇ ਆ। ਸੋ ਜਿਹੜੀ ਸਾਡੀ ਚੋਣ ਹੈਗੀ ਆ ਉਹ ਵੀ ਬਹੁਤ ਜ਼ਰੂਰੀ ਹੋਵੇਗੀ। ਸੋ ਇਹੀ ਆ ਕਿ ਉਚਾਰਨ ਜਿਹੜਾ ਹੈਗਾ ਆ ਇਹ ਬਹੁਤ ਜ਼ਰੂਰੀ ਆ। ਅਸੀਂ ਫਿਰ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਪੰਜਾਬੀ ਦੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਅਧਿਆਪਕ ਹੈਗੇ ਆ, ਨੌਜਵਾਨ ਜਿਹੜੇ ਪੰਜਾਬੀ ਸਿੱਖਦੇ ਹੈਗੇ ਆ, ਪਰ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਪੱਤਰਕਾਰ ਹੈਗੇ ਆ ਪੰਜਾਬੀ ਦੇ, ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਹੁੰਦਾ ਹੈ ਕਿ ਜਿਹੜਾ ਸਹੀ ਉਚਾਰਨ ਇੱਦਾਂ ਹੁੰਦਾ ਹੈ। ਮੇਰਾ ਮਤਲਬ ਕਹਿੰਦਾ ਮੈਂ ਸਮਾਂ ਥੋੜਾ ਜ਼ਿਆਦਾ ਲੈ ਲੈਂਦਾ। ਜਦੋਂ ਅਖਬਾਰ ਪੜ੍ਹਦੇ ਆ ਅਸੀਂ ਕਹਿੰਦੇ ਜੀ ਅਖਬਾਰ 'ਚ ਤਾਂ ਇੱਦਾਂ ਲਿਖਿਆ ਸੀ। ਅਸੀਂ ਅਖਬਾਰ ਦਾ ਹਵਾਲਾ ਆਪਣੇ ਆਪ ਨੂੰ ਸਹੀ ਕਰਨ ਵਾਸਤੇ ਜਾਂ ਸਹੀ ਦੱਸਣ ਵਾਸਤੇ ਅਖਬਾਰ ਦਾ ਹਵਾਲਾ ਦੇਣਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪੱਤਰਕਾਰ ਨੇ ਉਹ ਸ਼ਬਦ ਲਿਖਿਆ ਹੈ ਉਹਦਾ ਗਿਆਨ ਕਿੰਨਾ ਕੁ ਹੋਵੇਗਾ। ਇਹਦੇ 'ਚ ਬਲਦੇਵ ਜੀ ਮੈਂ ਇੱਕ ਆਹੀ ਗੱਲ ਕਹਿ ਕਿ ਇੱਕ ਮੈਂ ਪਿੱਛੇ ਕਵਿਤਾ ਪੜ੍ਹ ਰਿਹਾ ਸੀ ਕਿਸੇ ਦੀ ਲਿਖੀ ਜੀ, ਉਹਨੇ ਅਖੀਰ ਦੇ ਉੱਤੇ ਜਾ ਕੇ ਉਹੀ ਸ਼ਬਦ ਜਿਹੜਾ ਮੈਂ ਉਹਦਾ ਮਤਲਬ ਕੁਝ ਹੋਰ ਸਮਝਦਾ ਸੀ, ਉਹਨੇ ਉਸ ਕਿਸ ਸੰਦਰਭ ਜੇ ਕਿਸ ਗੱਲ ਦੇ ਵਿੱਚ ਕੰਟੈਕਸਟ ਦੇ ਵਿੱਚ ਉਹਨੂੰ ਵਰਤਿਆ, ਉਹਨੇ ਥੱਲੇ ਜਾ ਕੇ ਉਹਦਾ ਮੀਨਿੰਗ ਲਿਖਿਆ। ਤੇ ਮੈਂ ਕਿਹਾ ਵੀ ਇਹਦਾ ਮੈਂ ਮੀਨਿੰਗ ਤਾਂ ਕਦੀ ਸੁਣਿਆ ਹੀ ਨਹੀਂ ਪਹਿਲੇ। ਹਾਂਜੀ। ਸੋ ਇਸ ਲਈ ਜਿਹੜੇ ਸਾਡੇ ਰਾਈਟਰ ਵੀ ਹੈਗੇ ਅਸੀਂ ਉਹਨਾਂ ਦਾ ਵੀ ਸਹਿਯੋਗ ਮੰਗਦੇ ਹਾਂ, ਕਿਉਂਕਿ ਉਹਨਾਂ ਨੇ ਆਪਣੀ ਕਵਿਤਾ ਜਾਂ ਆਪਣਾ ਕੁਝ ਵੀ ਲਿਖਣਾ ਹੁੰਦਾ ਨਾ, ਉਹਦੇ ਵਿੱਚ ਕਈ ਵਾਰੀ ਉਸ ਸ਼ਬਦ ਦੀ ਉਹ ਵਰਤੋਂ ਕਰ ਜਾਂਦੇ ਆ। ਹੋ ਸਕਦਾ ਉਹ ਆਪਣੇ ਹਿਸਾਬ ਦੇ ਨਾਲ ਉਹਦਾ ਮੀਨਿੰਗ
ਉਹਦਾ ਕੀ ਮਤਲਬ ਹੈ, ਤੇ ਹੋ ਸਕਦਾ ਵੀ ਲੋਕਾਂ ਨੂੰ ਫਿਰ ਦੱਸਣ ਦੇ, ਲੋਕ ਫਿਰ ਦੇਖਦੇ ਵੀ ਯਾਰ ਇਹਦਾ ਮਤਲਬ ਇੱਥੇ ਕੀ ਹੋਇਆ। ਹਾਂਜੀ ਸੌਰੀ ਬਲਦੇਵ ਜੀ। ਨਹੀਂ, ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਸਾਡੀ ਜਿਹੜੀ ਭਾਰਤ ਦੀ ਪਰੰਪਰਾ ਹੈਗੀ ਨਾ ਪੁਰਾਣੀ, ਉਹਦੇ ਵਿੱਚ ਜਿਹੜਾ ਉਚਾਰਨ ਆ ਨਾ, ਸ਼ਬਦ ਦਾ ਉਚਾਰਨ ਆ, ਹੁਣ ਦੇਖੋ ਗੁਰਦੁਆਰਿਆਂ ਦੇ ਵਿੱਚ ਸ਼ਬਦ ਵੀ ਪੜ੍ਹੇ ਜਾਂਦੇ ਹੈਗੇ ਆ, ਉਹ ਕਿਸੇ ਤਰੀਕੇ ਦੇ ਨਾਲ ਪੜ੍ਹੇ ਜਾਂਦੇ ਆ। ਜੇ ਤੁਸੀਂ ਭਾਰਤ ਦੀ ਪਰੰਪਰਾ ਨੂੰ ਦੇਖੋ ਨਾ, ਉਹਨੂੰ ਖੋਜ ਕੇ, ਤੇ ਉਹ ਕਹਿੰਦੇ ਆ ਕਿ ਜੇਕਰ ਤੁਸੀਂ ਪਰਮਾਤਮਾ ਨੂੰ ਪਾਉਣਾ ਆ ਨਾ, ਤੇ ਉਹ ਸ਼ਬਦ ਦਾ ਉਚਾਰਨ ਸਹੀ ਕਰਕੇ ਤੁਸੀਂ ਪਾ ਸਕਦੇ ਹੋ। ਉਹਨਾਂ ਨੇ ਉਚਾਰਨ ਨੂੰ ਇੱਕ ਕਿਸਮ ਦਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਬਰਾਬਰ ਮੰਨਿਆ ਹੈਗਾ। ਜਿੱਦਾਂ ਹੁਣ ਸ਼ਬਦ ਓਮ ਆ, ਹੈਨਾ, ਜੇ ਤੁਸੀਂ ਕਹਿ ਦਿਓ ਓਮ, ਵੈਸੇ ਹੀ ਹੁਣ ਤੁਸੀਂ ਦੇਖੋਗੇ ਕਿ ਜੇ ਕੋਈ ਹੈਗਾ ਆ ਪੰਡਤ ਆ, ਉਹ ਸਿੱਧਾ ਹੀ ਓਮ ਨਹੀਂ ਕਹਿ ਦਿੰਦਾ, ਹੈਨਾ, ਉਹ ਕਹਿਣਗੇ ਓਮ, ਠੀਕ ਹੈ। ਉਹਨਾਂ ਨੇ ਇੰਨਾ ਐਮਫੈਸਿਸ ਦਿੱਤਾ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਜਿਹੜਾ ਓਮ ਸ਼ਬਦ ਆ, ਇਹਦਾ ਉਚਾਰਨ ਇਸ ਤਰ੍ਹਾਂ ਦਿਲ ਦੇ ਅੰਦਰੋਂ ਨਿਕਲਣਾ ਚਾਹੀਦਾ। ਹਾਂਜੀ, ਉਹ ਗੱਲ ਹੀ ਬਹੁਤ ਵਧੀਆ। ਇੱਕ ਮੈਂ ਇਹਦੇ ਚ ਉਚਾਰਨ ਦੇ ਵਿੱਚ ਲੈ ਕੇ ਆਉਣਾ, ਆਮ ਤੌਰ ਤੇ ਇੱਕ ਸਾਡਾ ਜਿਹੜਾ ਅੰਗਰੇਜ਼ੀ ਦਾ ਲਫ਼ਜ਼ W ਤੇ V, ਅਸੀਂ ਇਹਦੇ ਵਿੱਚ ਫਰਕ ਨਹੀਂ। ਹੁਣ ਜਿੱਦਾਂ ਮੈਂ ਵੀ ਮਰਵਾਹਾ ਜਾਣਾ W ਨਹੀਂ ਲਿਖਦਾ, ਕਿਉਂਕਿ ਉਸ ਵੇਲੇ ਬਹੁਤਾ ਨਹੀਂ ਸੀ ਪਤਾ। ਔਰ ਆਮ ਤੌਰ ਤੇ ਪੜ੍ਹੇ ਲਿਖੇ ਜਿਹੜੇ ਬਹੁਤੇ ਪੜ੍ਹੇ ਲਿਖੇ ਪੰਜਾਬੀ ਇੰਡੀਅਨ ਆਪਣੇ ਪੰਜਾਬੀ, ਉਹ ਇਨ ਵੋਇਸਿਸ ਕਹੂਗੇ, ਉਹ ਵੀ ਨਹੀਂ ਵਰਦੇ, ਉਹ ਇਨ ਵੋਇਸ ਨਹੀਂ ਕਹਿੰਦੇ, ਉਹ ਇਨ ਵੋਇਸ ਕਹਿੰਦੇ ਆ। ਉਹ ਜਿਹੜੇ ਮੈਨੂੰ ਕਿਸੇ ਨੇ, ਤਾਂ ਮੈਂ ਇਸ ਉਚਾਰਨ ਦੇ ਵਿੱਚ ਹੀ ਗੱਲ ਤਾਂ ਆਈ ਹੈ, ਮੈਨੂੰ ਇਹ ਕਿਸੇ ਬਹੁਤ ਤਗੜੇ ਅਕਾਊਂਟੈਂਟ ਨੇ ਪੁੱਛਿਆ, ਕਹਿੰਦਾ ਵੀ ਜਿਹੜੇ ਤੁਹਾਡੇ ਇੰਡੀਅਨ ਅਕਾਊਂਟੈਂਟ ਆ ਉਹ ਇਨ ਵੋਇਸ ਕਿਉਂ ਕਹਿੰਦੇ ਆ। ਤੇ ਫਿਰ ਮੈਨੂੰ ਉਹਨੂੰ ਸਮਝਾਉਣਾ ਪਿਆ ਵੀ ਸਾਡੇ ਥੋੜ੍ਹਾ ਜਿਹਾ ਆਹ ਫਰਕ ਹੈ ਸਾਡੇ ਉਚਾਰਨ ਦੇ ਵਿੱਚ, ਸਾਡੀ ਗੱਲ ਕਹਿਣ ਦੇ ਵਿੱਚ। ਅਸੀਂ ਵਾਇਲੈਂਸ ਨੂੰ ਵੀ ਵੋਇਲੈਂਸ ਕਹਿੰਦੇ ਆ, ਉੱਥੇ ਵੀ W ਵਰਤਦੇ ਆ ਜੀ। ਸੋ ਇਸ ਲਈ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ, ਜਿਹੜਾ ਉਚਾਰਨ ਹੈ ਨਾ, ਇਹ ਮੋਸਟ ਇੰਪੋਰਟੈਂਟ ਇਹ ਹੈ, ਕਿਉਂਕਿ ਜਦ ਤੱਕ ਤੁਹਾਡੀ ਉਹਦੀ ਪ੍ਰੋਨੰਸੀਏਸ਼ਨ ਸਹੀ ਨਹੀਂ, ਤੇ ਜਿਹੜਾ ਤੁਹਾਨੂੰ ਸੁਣਨ ਵਾਲਾ ਨਾ, ਉਹ ਪੂਰੀ ਗੱਲ ਸਮਝੇਗਾ ਨਹੀਂ। ਉਹਦਾ ਰੀਜ਼ਨ ਇਹ ਆ ਕਿ ਆਪਣੀ ਜਿਹੜੀ ਲਿਪੀ ਆ, ਉਹਦੇ ਵਿੱਚ ਜਿਹੜੀ W ਦੀ ਤੇ V ਦੀ ਡਿਸਟਿੰਕਸ਼ਨ ਹੈ ਨਹੀਂਗੀ। ਆਪਣੇ ਤਾਂ ਵਾਵਾ ਹੀ ਹੈ, ਆਪਣੇ ਕੋਲ ਸਿਰਫ ਵਾਵਾ ਹੀ ਹੈਗਾ। ਹੁਣ ਜਿੱਦਾਂ ਜਿੰਨੇ ਵੀ ਯੂਰਪੀਅਨਸ ਆ, ਉਹ ਟੀ ਤੇ ਤੱਤੇ ਦਾ ਡਿਫਰੈਂਸ ਨਹੀਂ ਦੱਸ ਸਕਦੇ। ਉਹ ਸਿਰਫ ਟੀ ਨੂੰ ਟੈਂਕਾ ਹੀ ਕਹਿਣਗੇ। ਜਿਹੜੇ ਯੂਰਪ ਵਾਲੇ ਆ, ਉਹ ਥੋੜਾ ਜਿਹਾ ਤੱਤਾ ਬਣਾ ਦਿੰਦੇ ਆ ਟੀ ਦਾ, ਲੇਕਿਨ ਜਿਹੜੇ ਅੰਗਰੇਜ਼ ਆ, ਇਹਨਾਂ ਤੋਂ ਤੱਤਾ ਦੀ ਆਵਾਜ਼ ਜਿਹੜੀ ਆ ਨਹੀਂ ਆਉਂਦੀ। ਇਸੇ ਤਰ੍ਹਾਂ ਹੈਗੀ ਆ ਕਿ ਆਪਣੀ ਜਿਹੜੀ ਅਸੀਂ, ਕਿਉਂਕਿ ਪੰਜਾਬੀ ਲਿਪੀ ਬਚਪਨ 'ਚ ਸਿੱਖੀ ਹੋਈ ਆ, ਅਸੀਂ W ਤੇ V ਦਾ ਜਿਹੜਾ ਡਿਫਰੈਂਸ ਆ, ਉਹ ਸਾਡੀ ਲਿਪੀ ਦੇ ਵਿੱਚ ਨਹੀਂ ਆਉਂਦਾ। ਇਸੇ ਕਰਕੇ ਇਹ ਸਮੱਸਿਆ ਸਾਨੂੰ ਪੈਂਦੀ ਆ ਕਿ ਬਈ, ਹਾਂਜੀ, ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ, ਬਹੁਤ ਵੱਡੀ ਸਮੱਸਿਆ ਹੈ। ਪਰ ਮੈਂ ਨਾਲ ਦੀ ਨਾਲ ਥੋੜ੍ਹਾ ਆਪਾਂ ਦੇਖੋ, ਬਹੁਤਾ ਅਸੀਂ ਕੋਸ਼ਿਸ਼ ਕਰਦੇ ਹਾਂ ਹੋਰ ਭਾਸ਼ਾ ਵੀ ਸਿੱਖਣ ਦੀ। ਇੱਕ ਮੈਂ ਸਪੈਨਿਸ਼ ਭਾਸ਼ਾ ਦੀ ਗੱਲ ਕਰਦਾ, ਉਹਦੇ ਵਿੱਚ ਏਈਏ ਤੇ ਯਈਓ, ਉਹਦੇ ਵਿੱਚ ਇੱਕ ਸ਼ਬਦ ਹੈਗਾ, ਉਹਦੀ ਸਾਊਂਡ ਇਹ ਹੈਗੀ ਆ। ਹੁਣ ਜਿੱਦਾਂ ਬਲਦੇਵ ਜੀ ਨੇ ਮੇਰੇ ਖਿਆਲ ਆਪਾਂ ਥੋੜ੍ਹੀ ਇੱਕ ਮਿਸਾਲ ਦੇ ਦਈਏ, ਆਪਾਂ ਸ਼ਬਦ ਓਮ ਦੀ ਗੱਲ ਕੀਤੀ ਆ, ਗੁਰਬਾਣੀ ਵਿੱਚ ਅਸੀਂ ਓੰਕਾਰ ਦੀ ਗੱਲ ਕਰਦੇ ਆ। ਅਸੀਂ ਮੇਰੇ ਖਿਆਲ ਬਹੁਤ ਸਾਰੇ ਆਪਾਂ ਏਕੋਂਕਾਰ ਲਿਖਿਆ ਹੁੰਦਾ, ਬਹੁਤ ਸਾਰੇ ਉਹਨੂੰ ਏਕਮਕਾਰ ਕਹਿ ਦਿੰਦੇ ਆ, ਏਕਮਕਾਰ। ਪਰ ਏਕਮਕਾਰ ਤੁਹਾਨੂੰ ਜਿਹਦੇ ਬਲਦੇਵ ਜੀ ਨੇ ਗੱਲ ਕੀਤੀ ਆ, ਉਹ ਤੁਹਾਡੇ ਅੰਦਰੋਂ ਭਾਵਨਾਤਮਕ ਧੁਨੀ ਨਹੀਂ ਨਿਕਲਦੀ ਹੈਗੀ। ਜਿਹੜਾ ਸ਼ਬਦ ਹੈਗਾ ਇੱਕ ਓੰਕਾਰ, ਓੰਕਾਰ, ਤਿੰਨ ਸ਼ਬਦ ਮੈਂ ਕਹਿੰਦਾ ਉਹਦੇ ਵਿੱਚ ਹੋ ਸਕਦੇ ਹੈਗੇ ਆ। ਇੱਕ ਓੰਕਾਰ, ਜਿਹੜੀ ਉੱਪਰ ਜਿਹੜੀ ਡੰਡੀ ਪਾਈ ਹੁੰਦੀ ਆ, ਹੈਨਾ। ਆਹ ਤੁਸੀਂ ਬਹੁਤ ਸੋਹਣਾ ਕਿਹਾ ਕਿ ਜਦੋਂ ਤੁਸੀਂ ਦੇਖੋ ਨਾ ਕਿ ਗੁਰਦੁਆਰਿਆਂ ਦੇ ਵਿੱਚ ਭਾਈ ਪੜ੍ਹਦੇ ਹੁੰਦੇ ਆ, ਉਹ ਜਦੋਂ ਅਜੂਨੀ ਸਾਹਿਬ ਭੰਗ ਕਹਿੰਦੇ ਆ, ਹੈਨਾ, ਔਰ ਉਹਦਾ ਸੰਬੰਧ ਕੋਈ ਭੰਗ ਦੇ ਨਾਲ ਨਹੀਂ ਹੈਗਾ, ਉਹ ਸ਼ਬਦ ਹੀ ਹੋਰ ਹੈਗਾ, ਉਹ ਪ੍ਰੋਨਾਂਸੀਏਸ਼ਨ। ਔਰ ਉਹ ਮੇਰਾ ਖਿਆਲ ਹੈ ਯੂਜੂਅਲੀ ਆਮ ਤੌਰ ਤੇ ਉਹ ਪੜ੍ਹੇ ਲਿਖੇ ਨਹੀਂ ਹੁੰਦੇ, ਕਿ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਨੂੰ ਘੋਖਿਆ ਨਹੀਂ ਹੁੰਦਾ। ਨਹੀਂ, ਮੇਰੇ ਖਿਆਲ ਇੱਕ ਹੋਰ ਆਪਾਂ ਸ਼ਬਦ ਵਰਤਦੇ ਹੁੰਦੇ ਆ, ਆਪਣੇ ਕੋਲ ਸਿਰਫ 2 ਮਿੰਟ ਰਹਿ ਗਏ, ਥੋੜੀ ਕੰਕਲੂਡ ਕਰੀਏ। ਸੰਥਿਆ ਨਹੀਂ ਲਈ ਹੁੰਦੀ, ਸੈ ਭੰ ਜਿਹੜੀ ਗੱਲ ਹੈਗੀ ਆ, ਉਹ ਆਵਾਜ਼ ਬੜੀ ਜ਼ਰੂਰੀ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਆਪਾਂ ਇਹਨੂੰ ਸਬਬ ਇਦਾਂ ਕਰ ਸਕਦੇ ਮਨੋਹਾ ਜੀ, ਕਿ ਜਿਹੜਾ ਇਹ ਪ੍ਰੋਗਰਾਮ ਹੈਗਾ ਆ, ਇਹਦੇ ਵਿੱਚ ਬਹੁਤ ਕੁਛ ਆ, ਸਾਨੂੰ ਬਹੁਤ ਕੁਝ ਸ਼ਾਮਲ ਕਰਨਾ ਪੈਣਾ ਆ, ਜਿਹੜਾ ਕਿ ਅਸੀਂ ਪਹਿਲਾਂ ਸੋਚਿਆ ਨਹੀਂ ਸੀ ਸ਼ੁਰੂਆਤ ਦੇ ਵਿੱਚ, ਕਿ ਸਾਨੂੰ ਇੰਨੀ ਡੂੰਘਾਈ ਵਿੱਚ ਜਾ ਕੇ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਤਾਂ ਹੀ ਜਦੋਂ ਮੈਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ, 8-9 ਮਹੀਨੇ ਆਪਾਂ ਇਹਨੂੰ ਸੋਚਦੇ, ਇਹਨੂੰ ਲੱਗ ਗਿਆ ਵੀ ਹਾਂ ਇਹਨੂੰ ਕਿੱਦਾਂ ਕਰਨਾ, ਕੀ ਕਰਨਾ।
ਉਹਦੀਆਂ ਜਿਹੜੀਆਂ ਆਪਾਂ ਆਪਸ ਵਿੱਚ ਹੀ ਵਿਚਾਰਾਂ ਜਿਹੜੀਆਂ ਕਰ ਕਰਕੇ ਅੱਜ ਦੇ ਇੱਥੇ ਤਾਂ ਪਹੁੰਚੇ ਹੈਗੇ ਆ। ਇਹ ਜੇ ਅਸੀਂ ਉਹ ਵਿਚਾਰਾਂ ਨਾ ਕਰਦੇ ਤੇ ਫਿਰ ਮੇਰੇ ਖਿਆਲ ਅਸੀਂ ਇਸ ਜਗ੍ਹਾ ਤੇ ਪਹੁੰਚ ਵੀ ਨਹੀਂ ਸਕਦੇ ਸੀਗੇ। ਹਾਂਜੀ ਹਾਂਜੀ ਮੇਰਾ ਖਿਆਲ ਹੈ ਕਿ ਆਪਣੇ ਦਰਸ਼ਕਾਂ ਦੀ ਇਹਦੇ ਵਿੱਚ ਕੰਟਰੀਬਿਊਸ਼ਨ ਮੈਂ ਸਮਝੂੰਗਾ ਕਿ ਬਹੁਤ ਹੀ ਕੀਮਤੀ ਹੋਏਗੀ, ਕਿਉਂਕਿ ਅਸੀਂ ਤਾਂ ਥੋੜਾ ਜਿਹਾ ਨਾ ਉਹਨੂੰ ਛੇੜਨਾ ਹੀ ਆ, ਲੇਕਿਨ ਉਹਦੇ ਵਿੱਚ ਜੋ ਕੰਟਰੀਬਿਊਟ ਕਰਨਗੇ ਸਾਡੇ ਦਰਸ਼ਕ, ਉਹਦੇ ਕੋਲ ਉਹਨਾਂ ਤੋਂ ਵੀ ਸਾਨੂੰ ਸਿੱਖਣ ਦੀ ਬਹੁਤ ਲੋੜ ਹੈਗੀ ਆ, ਔਰ ਬਹੁਤ ਕੁਝ ਸਿੱਖਾਂਗੇ ਵੀ ਮੇਰਾ ਖਿਆਲ ਹੈ। ਅਸੀਂ ਇਹ ਚਾਹਾਂਗੇ ਵੀ ਤੁਸੀਂ ਸਾਨੂੰ ਫੀਡਬੈਕ ਦਿਓ ਇਹ ਆਪਣੇ ਟੈਲੀਫੋਨਾਂ ਤੋਂ, ਜਾਂ ਸਾਨੂੰ WhatsApp ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਉਹ ਹੈ ਸਾਡਾ ਨੰਬਰ ਜੀ 07547470801। ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ WhatsApp ਕਰ ਸਕਦੇ ਆ, ਆਪਣੀ ਫੀਡਬੈਕ ਦੇ ਸਕਦੇ ਆ। ਅਗਰ ਕੋਈ ਤੁਸੀਂ ਸ਼ਬਦ ਸਾਨੂੰ ਇਹ ਸ਼ਾਮਲ ਵੀ ਕਰਨਾ ਚਾਹੁੰਦੇ ਹੋ, ਉਹ ਸ਼ਬਦ ਵੀ ਭੇਜ ਸਕਦੇ ਹੋ। ਮੈਂ ਦੁਬਾਰਾ ਨੰਬਰ ਆਖਰ ਦੇ ਵਿੱਚ ਬੋਲ ਦੇਵਾਂ 07547470801। ਸੋ ਇਸ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਸ਼ਿੰਦਰਪਾਲ ਜੀ ਤੇ ਬਲਦੇਵ ਜੀ ਬਹੁਤ ਬਹੁਤ ਧੰਨਵਾਦ। ਤੇ ਹੁਣ ਜਿਹੜੇ ਚੋਣਵੇਂ ਸ਼ਬਦ ਆ ਉਹ ਅਸੀਂ ਲੈ ਕੇ ਅਗਲੇ ਪ੍ਰੋਗਰਾਮ ਦੇ ਵਿੱਚ ਪਹੁੰਚਾਂਗੇ ਤੇ ਉਹਨਾਂ ਦੇ ਉੱਤੇ ਵਿਚਾਰ ਕਰਾਂਗੇ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਬਹੁਤ ਬਹੁਤ ਧੰਨਵਾਦ। ਕਿਸੇ ਕਦਮ ਦੀ ਅਸੀਂ ਗਲਤੀ ਕਰ ਗਏ ਹੋ ਮੈਂ ਜ਼ਰੂਰ ਮਾਫ ਕਰ ਦੇਣਾ। ਇਸ ਕਰਕੇ ਮਾਫੀ ਮੰਗ ਰਹੇ ਹਾਂ ਕਿਉਂਕਿ ਇਹ ਇੱਕ ਸਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਇਹੋ ਜਿਹਾ ਪ੍ਰੋਗਰਾਮ ਹੈ ਵੀ ਇਹਦੇ ਵਿੱਚ ਹੋ ਸਕਦਾ ਸਾਡੇ ਕੋਲ ਗਲਤੀ ਹੋਈ ਨਹੀਂ ਹੈ ਜੀ, ਇਹਨੇ ਐਂ ਕਹਿਣਾ ਸੀ, ਜੇ ਇਹਨੂੰ ਐਂ ਕਹਿਣਾ ਸੀ। ਇਸ ਕਰਕੇ ਤੁਹਾਡੀ ਅਸੀਂ ਫੀਡਬੈਕ ਚਾਹੁੰਦੇ ਹਾਂ, ਤੁਸੀਂ ਸਾਨੂੰ ਇਸ ਦਾ ਜਵਾਬ ਦਿਓ। ਅੱਜ ਦੀ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।